कुछ भी नहीं गल जिमीदारा बिल्कुल खत्म कर दिता है इस गवर्नमेंट ने। ਇਹ ਫਜ਼ੂਲ ਹੈਗਾ ਜਿਹੜਾ ਕੋਈ ਬੰਦਾ ਗੱਲ ਕਰ ਰਿਹਾ ਝੂਠ ਮਾਰ ਰਿਹਾ ਹੈਗੇ ਨੇ, ਕੋਈ ਚੀਜ਼ ਨਹੀਂ, ਬਿਲਕੁਲ ਸਫਾਇਆ ਹੋ ਗਿਆ ਜ਼ਿਮੀਂਦਾਰਾਂ ਦਾ। ਜ਼ਿਮੀਂਦਾਰਾਂ ਦੇ ਹਾਲਾਤ ਡਾਊਨ ਹੋਣ ਦੀ ਵਜ੍ਹਾ ਤੋਂ ਪੂਰੀ ਮਾਰਕੀਟ ਦੇ ਪ੍ਰਾਪਰਟੀ ਤੋਂ ਲੈ ਕੇ ਹਰ ਚੀਜ਼ ਡਾਊਨ ਠੱਪਾ ਕੰਮ। ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸੀ ਹੈ ਕਿ 50 ਲੱਖ ਹੋ ਕੇ 10 ਲੱਖ ਦੇ ਦਿੱਤਾ ਜਾਏ, ਮੈਨੂੰ ਦੱਸੋ ਵੀ ਉਹ ਹੱਸੇਗਾ ਕੀ ਕਰੇਗਾ? ਪਿਛਲੀ ਗੰਦਮ ਤੇ ਮਰੀਮ ਸਾਹਿਬ ਨੇ ਕਿਹਾ ਸੀ ਕਿ ਮਰੀਮ ਸਾਹਿਬਾਂ ਨੇ ਕਿਹਾ ਸੀ ਕਿ ਅਸੀਂ ਨੁਕਸਾਨ ਨਹੀਂ ਹੋਣ ਦੇਵਾਂਗੇ। ਉਹ ਤੁਸੀਂ ਵੇਖਿਆ ਫਿਰ ਨੁਕਸਾਨ ਵਾਕਿਆ ਨਹੀਂ ਉਹਨਾਂ ਨੇ ਹੋਣ ਦਿੱਤਾ। जी भाई अस्सलाम वालेकुम जी। जी वालेकुम सलाम भाई कैसा लग रहा फिर शाशुत लवा के? जी बेहतरीन जी, असी ये बड़ी साड़ी ख्वाहिश सी रियासत साहब को छत लगवानी है। वो अल्लाह ने मौका दिता तो रियासत साहब को आए, बड़ी बेहतरीन छत। ट्रैक्टर केड़ा मॉडल जी? बहुत ज़्यादा तावन किया। ट्रैक्टर केड़ा मॉडल जी? 24 मॉडल। अच्छा 24 मॉडल केड़ा इलाका जी? इलाका शेखपुरा जड़ियाला। शेखपुरा तो आए हो? चला के लेके आए हो? हाँ जी। अच्छा लो जी, शेखपुरा तो स्पेशल चला के लेके आए ने रियाज जाट साहब को स्पेशल छतरी लगवान। ये भाई किन्ने च लगवा ली जी? है 1,10,000। 1,10,000 रुपये छतरी लगवाई है। ते उपर सुपर विच लगे ने, चेक करो जी। पक्खा हुण कोई गर्मी दा मौसम आ चला, पक्खा पुखा लगा, टेप डब्बा नाल, कवालियां सुनो, नातां सुनो है। हाँ जी जी जी, सारा मैं नातां ही सुननी है, बाकी जिमींदारां ने होर की करना। हां ते बाकी जिमींदारां दे आदरे ते रहना। की कहना चाहोगे आखिरी गल जिमींदारां बारे? कुछ भी नहीं, गल जिमींदारा बिल्कुल खत्म कर दिता है इस गवर्नमेंट ने। ਇਹ ਫਜ਼ੂਲ ਹੈਗਾ ਜਿਹੜਾ ਕੋਈ ਬੰਦਾ ਗੱਲ ਕਰ ਰਿਹਾ ਝੂਠ ਮਾਰ ਰਿਹਾ ਹੈਗੇ ਨੇ, ਕੋਈ ਚੀਜ਼ ਨਹੀਂ, ਬਿਲਕੁਲ ਸਫਾਇਆ ਹੋ ਗਿਆ ਜ਼ਿਮੀਂਦਾਰਾਂ ਦਾ। ਜ਼ਿਮੀਂਦਾਰਾਂ ਦੇ ਹਾਲਾਤ ਡਾਊਨ ਹੋਣ ਦੀ ਵਜ੍ਹਾ ਤੋਂ ਪੂਰੀ ਮਾਰਕੀਟ ਦੇ ਪ੍ਰਾਪਰਟੀ ਤੋਂ ਲੈ ਕੇ ਹਰ ਚੀਜ਼ ਡਾਊਨ ਠੱਪਾ ਕੰਮ। ਹਕੀਕਤ ਗੱਲ ਇਹ ਹੈ ਕਿ ਸਾਡਾ ਪੰਜਾਬ ਜ਼ਿਆਦਾ ਹੈ ਹੀ ਸਾਰੀ ਜ਼ਰਾਤ ਜ਼ਰਾਈ ਹੈ। ਬਿਲਕੁਲ ਜ਼ਰਾਤ ਤੋਂ ਬਾਅਦ ਹਰ ਚੀਜ਼ ਤੋਂ ਬਾਅਦ ਆਹਿਸਤਾ ਹਰ ਚੀਜ਼ ਦੇ ਉੱਤੇ ਅਸਰ ਪੈ ਗਿਆ। ਹੁਣ ਤੁਸੀਂ ਇਹ ਦੇਖ ਲਓ, ਇੱਥੇ ਮਾਰਕੀਟ ਸਾਰੀ ਸੁਨਸਾਨ ਵੀਰਾਨ ਆ, ਕਿੰਨਾ ਗਾਹਕ ਆ ਰਹੇ ਨੇ, ਕੋਈ ਹਾਲ ਨਹੀਂ ਹੈ। ਬਾਕੀ ਜਿਹੜਾ ਤੇਲ ਹੁਣ ਇੱਕ ਦਫਾ ਹੋ ਗਿਆ, ਇਹ ਵਾਪਸ ਨਹੀਂ ਆਣਾ, ਨਹੀਂ ਆਉਣਾ। ਇਹ ਗਲਤ ਗੱਲ ਆ। ਵਾਪਸ ਆਏਗਾ ਬੜੀ ਗੱਲ ਆ। ਮੇਰਾ ਖਿਆਲ ਕੋ ਬੜਾ ਕੋ 2 4 5 ਰੁਪਏ ਉਹ ਵੀ ਸਾਡੇ ਤੇ ਬੜਾ ਵੱਡਾ ਇਹਸਾਨ ਚੜਾਣਾ ਇਹਨਾਂ ਨੇ ਵੀ ਅਸੀਂ 2 3 ਰੁਪਏ ਦਾ ਤੇਲ ਕਢਾ ਦਿੱਤਾ। ਡਾਊਨ ਵਾਲੀ ਗੱਲ ਬਿਲਕੁਲ ਗਲਤ ਆ। ਖਾਦਾਂ ਦਾ ਰੇਟ ਹੋ ਗਿਆ, ਜ਼ਿਆਦਾ ਹੋ ਗਿਆ, ਤੇਲ ਹੋਰ ਵੱਧ ਜਾਣਾ। ਪੁਰਾਣਾ ਜ਼ਿਮੀਂਦਾਰਾਂ ਵਾਸਤੇ ਯਾਨੀ ਕਿਹੜਾ ਹੁੰਦਾ ਮੁਸਤਕਬਲ ਦਾ ਤਰੀਕ। ਦੇਖੋ ਜੀ, ਅੱਲਾਹ ਪਾਕ ਜ਼ਿਮੀਂਦਾਰਾਂ ਦੇ ਹਾਲਾਤ ਨਹੀਂ ਦੇਖੋ, ਅੱਲਾ ਇਹ ਗੱਲ ਤੁਹਾਡੀ ਬਿਲਕੁਲ ਬਜਾਵ ਆ। ਇਹ ਅੱਲਾਹ ਤਾਲਾ ਦੀ ਤਰਫੋਂ ਇਹ ਹੋ ਸਕਦਾ ਕੋਈ ਫਸਲ ਦੇ ਉੱਤੇ ਕੋਈ ਮੀਂਹ ਹਨੇਰੀ ਆ ਗਈ, ਕੋਈ ਝਾਂਜਾ ਹੋ ਗਿਆ, ਕੋਈ ਇਸ ਤਰ੍ਹਾਂ ਦਾ ਕੰਮ ਹੋ ਜਾਏ, ਉਹ ਤੇ ਅਸੀਂ ਚਲੋ ਕਹਿ ਸਕਦੇ ਅੱਲਾ ਦਾ। ਲੇਕਿਨ ਇਹ ਜਿਹੜਾ ਅੱਗੇ ਸਾਡੀ ਗੌਰਮੈਂਟ ਨੂੰ ਕੰਮ ਕਰਨ ਵਾਲੇ ਆ, ਅਸੀਂ ਅੱਲਾ ਤੇ ਨਹੀਂ ਕਹਿ ਸਕਦੇ ਵੀ ਇਹ ਜੀ ਅੱਲਾ ਵੱਲੋਂ ਐ। ਜੇ ਹੁਣ ਆਲੂਆਂ ਦੇ ਹਾਲਾਤ, ਗੰਦਮ ਦੇ ਹਾਲਾਤ, ਸਾਰੇ ਹਾਲਾਤ ਜਿਹੜੇ ਇਹਨਾਂ ਨੇ ਅੱਗੋਂ ਸੈੱਟ ਕਰਨੇ ਆ, ਕਿਉਂਕਿ ਅੱਲਾਹ ਤਾਲਾ ਨੇ ਖੁਦ ਉੱਤੋਂ ਅਸਮਾਨ ਤੋਂ ਨਹੀਂ ਆਉਣਾ ਨੀਚੇ ਸੈੱਟ ਕਰਨ ਵਾਸਤੇ। ਇਹਨਾਂ ਦੀਆਂ ਨਲੈਕੀਆਂ ਨੇ। ਔਰ ਅਸੀਂ ਇੱਥੇ ਅਸੀਂ ਇਹ ਕਹਿ ਸਕਦੇ ਕਿ ਅਸੀਂ ਕੋਈ ਫਸਲ ਬੀਜੀਏ, ਕੋਈ ਫਸਲ ਕਰੋ ਨਹੀਂ ਹੋਈ, ਉਹਦਾ ਝਾੜ ਘੱਟ, ਇਹ ਤਾਂ ਅਸੀਂ ਅੱਲਾਹ ਤਾਲਾ ਕਹਿ ਸਕਦੇ। ਇੱਕ ਚੀਜ਼ ਹੋਰ ਹੀ ਪੈਦਾਵਾਰ ਯਾਨੀ ਕੋਈ ਅੱਛੀ ਦੇ ਰਹੀ ਹੈ ਕਿ ਉਹ ਰੇਟ ਹੀ ਕੋਈ ਨਹੀਂ ਹੈ, ਤੇ ਇਹ ਸਾਰਾ ਗੌਰਮੈਂਟ ਦਾ। ਹੁਣ ਵੇਖੋ ਨਾ, ਤੇਲ ਦੀ ਜਿਹੜੀ ਹੈ, ਤੇਲ ਅਜੇ ਬਾਹਰੋਂ ਆਇਆ ਨਹੀਂ ਮਹਿੰਗਾ, ਲੇਕਿਨ ਪਹਿਲੇ ਹੀ ਯਾਨੀ ਉਹਨੂੰ ਪਹੁੰਚਾਤਾ ਉੱਪਰ, ਪਹਿਲਾਂ ਹੀ ਪਹੁੰਚਾਤਾ। ਹਾਂਜੀ। ਬਾਕੀ ਹੁਕੂਮਤ ਪੰਜਾਬ ਤੇ ਕਹਿ ਰਹੀ ਅਸੀਂ ਬਹੁਤ ਕੰਮ ਕਰ ਰਹੇ ਜ਼ਿਮੀਂਦਾਰਾਂ ਨਹੀਂ, ਬਸ ਉਹ ਇਹੀ ਗੱਲਾਂ, ਕੋਈ ਕੰਮ ਨਹੀਂ ਕਰ ਜ਼ਿਮੀਂਦਾਰਾਂ ਨੇ। ਕੋਈ ਸਕੀਮ ਦੇ ਰਹੀ ਹੈ, ਹੋਰ ਬੜੀਆਂ ਸਕੀਮਾਂ। ਗ੍ਰੀਨ ਕੀ ਕਰੇਗੀ ਸਕੀਮ? ਮੈਂ ਗੱਲ ਕਰ ਰਿਹਾ ਕਿ ਗ੍ਰੀਨ ਸਕੀਮ ਕੀ ਕਰੇਗੀ? ਇੱਕ ਜ਼ਿਮੀਂਦਾਰ ਫਰਜ਼ ਕਰੋ ਕੋਈ 10-50 ਏਕੜ ਦਾ ਮਾਲਕ ਆ ਜਾਂ ਉਹ ਕਰ ਰਿਹਾ, ਉਹਨੂੰ ਇੰਨੇ ਪੈਸੇ ਵੈਸੇ ਹੀ ਬਚ ਰਹੇ, ਉਹਨੇ 10 ਲੱਖ ਨੂੰ ਕਰਨਾ। ਅਗਰ ਉਹਦਾ ਤਕਰੀਬਨ ਕੋਈ 40 ਤੋਂ 50 ਲੱਖ ਦਾ ਸਾਲਾਨਾ ਨੁਕਸਾਨ ਹੋ ਰਿਹਾ, ਉਹ 10 ਲੱਖ ਲੈ ਕੇ ਕੀ ਕਰੇਗਾ ਦੱਸੋ ਮੈਨੂੰ? ਤੇ ਤੁਹਾਡੇ ਕੋਲ 50 ਰੁਪਏ ਖੋਹ ਲਿਆ ਜਾਣ ਤੇ 10 ਦੇ ਦਿੱਤੇ ਜਾਣ ਤੇ ਤੁਸੀਂ ਰਾਜ਼ੀ ਹੋਵੋਗੇ? ਬਿਲਕੁਲ। ਇਹ ਤਾਂ ਨਹੀਂ ਨਾ ਹੈ ਕਿ ਤੁਸੀਂ ਯਾਨੀ ਕਿ ਉਹ, ਮੈਂ ਤੁਹਾਨੂੰ ਦੱਸ ਰਿਹਾ ਵੀ ਇੱਕ ਉਹ ਅਗਰ ਸੀਜ਼ਨ ਦਾ ਹੀ ਉਹਦੀ ਫਸਲ ਦਾ ਰੇਟ ਅੱਛਾ ਹੋਵੇ, ਉਹਨੂੰ ਕੋਈ ਜ਼ਰੂਰਤ ਨਹੀਂ ਹੈ ਸਕੀਮਾਂ ਦੀ। ਉਹਦਾ ਕੋਈ ਸੀਜ਼ਨ 50 ਲੱਖ ਦਾ ਨੁਕਸਾਨ ਹੋ ਰਿਹਾ, 50 ਤੋਂ 60 ਦਾ 70 ਦਾ, ਉਹਨੂੰ 10 ਲੱਖ ਦਾ ਕਿਸਮਤ ਨਾਲ ਜੇ ਅਗਰ ਉਹ ਟਰੈਕਟਰ ਨਿਕਲੇ ਤਾਂ ਕੀ ਕਰੇ? ਉਹ ਕੋਈ ਪੁੱਠੀਆਂ ਛਾਲਾਂ ਮਾਰੇ? ਇਹ ਕੋਈ ਯਾਨੀ ਕਿਹੜਾ ਹਾਲ ਨਹੀਂ ਕੋਈ ਵੀ। ਇਹ ਸਿਰਫ ਇੱਕ ਤਸਵੀਰਾਂ ਬਣਾਉਣ ਵਾਸਤੇ ਹੈ ਕਿ ਜੋ ਤਸਵੀਰਾਂ ਜੀ ਜ਼ਿਮੀਂਦਾਰ ਕਿਵੇਂ ਖੁਸ਼ਹਾਲ ਹੋ ਸਕਦਾ? ਤੁਹਾਡਾ ਕੀ ਫਸਲ ਦਾ ਰੇਟ ਇਹਨਾਂ ਨੇ ਹਕੀਕਤ ਗੱਲ ਤੇ ਇਹ ਹੈ ਕਿ ਨੂਨ ਲੀਗ ਜਦੋਂ ਵੀ ਆਈ ਹੈ, ਇਹ 'ਚ ਕੋਈ ਅਸੀਂ ਕੋਈ ਸਿਆਸੀ ਨਹੀਂ ਬੰਦੇ, ਲੇਕਿਨ ਜਦੋਂ ਵੀ ਇਹਨਾਂ ਜ਼ਿਮੀਂਦਾਰਾਂ ਵਾਸਤੇ ਬਿਲਕੁਲ ਇਹਨਾਂ ਦੇ ਇਹ ਜ਼ਿਮੀਂਦਾਰ ਨੂੰ ਮਾਰ ਦਿਓ, ਬਾਕੀ ਠੀਕ ਹੈ। ਨਹੀਂ, ਇਹ ਤੇ ਹਰ ਬੰਦਾ ਹੀ ਆਂਦਾ ਹੈ, ਲੇਕਿਨ ਇਹ ਵਾ ਕਿ ਦੂਸਰੇ ਪਹਿਲੂ ਨਾਲ ਵੀ ਅਗਰ ਦੇਖਿਆ ਜਾਏ ਨਾ, ਮਹਿੰਗਾਈ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ। ਨਹੀਂ, ਮੈਂ ਗੱਲ ਕਰ ਰਿਹਾ, ਵੇਖੋ ਚੀਜ਼ਾਂ, ਖਾਦਾਂ, ਦਵਾਈਆਂ, ਪੈਸਟੀਸਾਈਡ ਹੋ ਗਿਆ, ਖਾਦਾਂ ਹੋ ਗਏ, ਸਾਰੇ ਕੋਈ ਚੀਜ਼ ਯਾਨੀ ਕਿ ਕੋਈ ਸਸਤੀ ਹੋਈ ਦੱਸੋ ਤੁਸੀਂ? ਯਾਨੀ ਕਿ ਜਦੋਂ ਪ੍ਰੋਗਰਾਮ ਕਰਦੇ ਜੇ ਜ਼ਿਮੀਂਦਾਰਾਂ ਕੋਲ ਗੱਲ ਤੁਹਾਡੀ ਤੇ ਕੋਈ ਯਾਨੀ ਕਿ ਸਸਤੀ ਹੋਈ ਹੋਵੇ ਤਾਂ ਅਸੀਂ ਮੰਨਦੇ ਵੀ ਇਸ ਚੀਜ਼ ਨੂੰ ਠੀਕ ਹੈ ਜੀ। ਉਹ ਚੀਜ਼ਾਂ ਰੇਟ ਅਪ ਨੇ, ਫਸਲ ਦਾ ਰੇਟ ਮੈਂ ਡਾਊਨ।
ਇਹ ਆ ਜਾ ਕੇ ਸਿਰਫ ਮਹਿੰਗਾਈ ਆਣੀ ਕਿ ਹੁਣ ਗੰਦਮ ਆ ਰਹੀ ਨਾ ਵੇਖੋ 4000 5000 ਤੱਕ ਪਹੁੰਚੀ 4500 ਹੁਣ ਨਵੀਂ ਫਸਲ ਆਣੀ ਆ ਹੁਣ ਮਹਿੰਗਾਈ ਸ਼ੁਰੂ ਹੋ ਜਾਣੀ ਹੁਣ ਮਹਿੰਗਾ ਆਟਾ ਯਾਨੀ ਕਿ ਹੁਣ ਗਰੀਬ ਯਾਦ ਆ ਜਾਣਾ ਗੱਲ ਨਹੀਂ ਕਰ ਰਹੇ ਵੀ ਇਹ ਜਿਹੜਾ ਨਾ ਜ਼ਿਮੀਂਦਾਰਾਂ ਦਾ ਕਤਲ ਕੀਤਾ ਜਾ ਰਿਹਾ ਹਕੀਕਤ ਗੱਲ ਇਹ ਤਲਕ ਗੱਲਾਂ ਨੇ ਲੇਕਿਨ ਹਕੀਕਤ ਇਹ ਹੀ ਆ ਬਾਕੀ ਉਹ ਤੁਹਾਡਾ ਇਹ ਕਹਿਣਾ ਮੈਂ ਕਿ ਜ਼ਿਮੀਂਦਾਰ ਦੀ ਫਸਲ ਦਾ ਰੇਟ ਬਿਹਤਰ ਕੀਤਾ ਜਾਏ ਹਾਂ ਬਿਹਤਰ ਕੀਤਾ ਜਾਏ ਤੇ ਖਾਦ ਅਦਵਿਆਤ ਸਸਤੀ ਹੋ ਚੀਜ਼ਾਂ ਜਾਏ ਸਸਤੀਆਂ ਹੁਣ ਉਹ ਚੀਜ਼ਾਂ ਕੋਈ ਸਸਤੀਆਂ ਨਹੀਂ ਹੋ ਰਹੀਆਂ ਜਾਂ ਜਿਹੜੀ ਸਬਸਿਡੀ ਦੇਣੀ ਹੈ ਖਾਦ ਅਦਵਿਆਤ ਤੇ ਸਬਸਿਡੀ ਹਾਂਜੀ ਉਹ ਤੇ ਮਿਲੇ ਸਬਸਿਡੀ ਮਿਲੇ ਲੇਕਿਨ ਬਿਹਤਰ ਜ਼ਿਆਦਾ ਹਾਲੇ ਇੱਕ ਫਸਲ ਦਾ ਰੇਟ ਅੱਛਾ ਹੋਵੇ ਇਹ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ ਹੁਣ ਮੈਂ ਜਿਸ ਤਰ੍ਹਾਂ ਦੱਸ ਰਿਹਾ ਨਾ ਦੱਸਿਆ ਕਿ ਅਗਰ ਤੁਸੀਂ ਇੱਕ 10 ਲੱਖ ਦਾ ਫਰਜ਼ ਕੋਈ ਕਿਸੇ ਜ਼ਿਮੀਂਦਾਰ ਕਿੰਨੇ ਕੁ ਦਾ ਨਿਕਲ ਆਣਾ ਸਾਡਾ ਟੋਟਲ ਤੇ ਨਹੀਂ ਸਾਰਿਆਂ ਨੇ ਕਿਸੇ ਦਾ 10 ਲੱਖ ਦਾ ਉਹਨੂੰ ਟਰੈਕਟਰ ਦੇ ਜੇ ਸਬਸਿਡੀ ਮਿਲ ਗਈ ਹੈ ਅਗਰ ਉਹ ਸਾਰਾ ਹਿਸਾਬ ਲਾਏ ਉਹਦਾ ਉਹ ਤਕਰੀਬਨ ਜੇ ਕੋਈ ਜ਼ਿਆਦਾ ਕਰ ਰਿਹਾ ਕੋਈ 60 70 80 ਲੱਖ ਦਾ ਉਹਦਾ ਵੈਸੇ ਸਾਲਾਨਾ ਨੁਕਸਾਨ ਹੋ ਰਿਹਾ ਉਹ 10 ਲੱਖ ਦੇ ਕੀ ਖੁਸ਼ੀਆਂ ਮਨਾਏਗਾ ਹਾਂ ਇਹਦੇ ਆਮ ਆ ਗੱਲ ਵੀ ਉਹ ਕਿਸੇ ਕੋਲੋਂ ਕੋਈ ਇਹ ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸੀ ਆ ਕਿ 50 ਲੱਖ ਹੋ ਕੇ 10 ਲੱਖ ਦੇ ਦਿੱਤਾ ਜਾਏ ਮੈਨੂੰ ਦੱਸੋ ਵੀ ਉਹ ਹੱਸੇਗਾ ਕੀ ਕਰੇਗਾ ਕੀ ਕਰੇ ਉਹ ਤਸਵੀਰ ਬਣਾਉਣ ਵਾਸਤੇ ਕਹੇਗਾ ਜੀ ਬੱਲੇ 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 ਬਾਕੀ ਲੇਕਿਨ ਕੋਈ ਚੀਜ਼ ਦੇ ਹਾਲ ਨਹੀਂ ਹੈ ਬਾਕੀ ਆਖਰੀ ਗੱਲ ਹੈ ਜੀ ਅੱਗੋਂ ਗੰਦਮ ਦਾ ਸੀਜ਼ਨ ਸ਼ੁਰੂ ਹੋਣ ਲੱਗਾ ਹਾਂਜੀ। ਪਾਕਿਸਤਾਨ ਦੇ ਵਿੱਚ 2026 ਕੀ ਕਹਿਣਾ ਚਾਹੋਗੇ ਕਿੱਥੇ ਤੱਕ ਰੇਟ ਹੈ ਸੁਣਨ ਚ ਆ ਰਿਹਾ 3500 ਨਹੀਂ 3500 ਵੀ ਨਹੀਂ ਰਹਿਣਾ ਹੈਗਾ ਡਾਊਨ ਹੋਣਾ Down ਇਹ ਹੋਏਗਾ? ਹਾਂਜੀ ਮੁਸ਼ਕਲ ਹੈ ਅੱਛਾ ਜੀ 3500 ਦੇ ਵਿੱਚ ਵੀ ਇਹ ਵੇਖੋ ਨਾ ਅਗਰ ਜਿੰਨੇ ਅਖਰਾਜਾਤ ਨੇ ਪਿਛਲੀਆਂ ਫਸਲਾਂ ਦੇ ਵਿੱਚੋਂ ਵੀ ਯਾਨੀ ਕਿ ਕੋਈ ਬਚਤ ਨਹੀਂ ਨਜ਼ਰ ਆਣੀ ਕੋਈ ਜ਼ਿਮੀਂਦਾਰ ਨੇ ਕੋਈ ਅਸਮਾਨਾਂ 'ਤੇ ਨਹੀਂ ਚੜ ਜਾਣਾ ਹਾਂ। ਲੇਕਿਨ ਇਹ ਹੋਣਾ ਨਹੀਂ ਹੈ ਅੱਛਾ ਅਗਰ ਸਾਬਕਾ ਰਿਕਾਰਡ ਵੇਖਿਆ ਜਾਏ ਕਿਉਂਕਿ ਪਿਛਲੀ ਗੰਦਮ ਤੇ ਮਰੀਮ ਸਾਹਿਬ ਨੇ ਕਿਹਾ ਸੀ ਕਿ ਮਰੀਮ ਸਾਹਿਬਾ ਨੇ ਕਿਹਾ ਸੀ ਕਿ ਅਸੀਂ ਨੁਕਸਾਨ ਨਹੀਂ ਹੋਣ ਦੇਵਾਂਗੇ ਹਾਂਜੀ, ਉਹ ਤੁਸੀਂ ਵੇਖਿਆ ਫਿਰ ਨੁਕਸਾਨ ਵਾਕਿਆ ਨਹੀਂ ਉਹਨਾਂ ਨੇ ਹੋਣ ਦਿੱਤਾ ਨਹੀਂ ਹੋਣ ਦਿੱਤਾ ਅਗਲਿਆਂ ਦਾ ਹਾਂਜੀ ਹਾਂਜੀ ਜ਼ਿਮੀਂਦਾਰ ਦਾ ਨਹੀਂ ਉਹਨਾਂ ਨੇ ਕਿਹਾ ਹੈਗਾ ਆ ਜ਼ਿਮੀਂਦਾਰ ਨੇ ਤੇ ਇਹ ਮਰੀਮ ਨਵਾਜ਼ ਦੇ ਕਹਿਣੇ ਦੇ ਉੱਤੇ ਕਾਫੀ ਗੰਦਮ ਹਾਂਜੀ ਲੋਕਾਂ ਨੇ ਗੰਦਮ ਲਗਾਈ ਯਾਨੀ ਕਿ ਸਾਰਾ ਕੀਤਾ ਨੁਕਸਾਨ ਨਹੀਂ ਹੋਏਗਾ ਨੁਕਸਾਨ ਨਹੀਂ ਹੋਇਆ ਤੇ ਉਹ ਚਲੋ ਦੂਸਰੀ ਤੌਰ ਤੇ ਉਹਨਾਂ ਦਿੰਦਾ 5-5000 ਰੁਪਇਆ ਫੀ ਏਕੜ ਜਿਹੜਾ ਦਿੱਤਾ ਉਹਨਾਂ ਕੋਈ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ ਨਾਲ ਕੋਈ ਉਹਦਾ 5000 ਹੁਣ ਮੈਂ ਗੱਲ ਕਰ ਰਿਹਾ ਤੁਹਾਡੇ ਕੋਲ ਇਹੀ ਗੱਲ ਵੀ 10 ਏਕੜ ਮਗਰ ਕਿੰਨਾ 50000 ਹੋਏਗਾ ਜੇ 5-5000 ਅਗਰ ਮਿਲਿਆ ਹੋਏਗਾ ਤੇ 10 ਕਿੱਲਿਆਂ ਮਗਰ 50000 ਤੇ ਉਹਨੂੰ ਤਾਂ 50000 ਇੱਕ ਏਕੜ ਚੋਂ ਨੁਕਸਾਨ ਹੁੰਦੇ ਆ ਉਹ ਕੀ ਕਰੇਗਾ 50 ਤੋਂ ਜ਼ਿਆਦਾ ਇੱਕ ਏਕੜ ਚੋਂ ਨੁਕਸਾਨ ਹੋ ਰਿਹਾ ਤਾਂ ਦੇਖੋ ਜੀ ਬਾਕੀ ਅੱਲਾ ਖੈਰ ਕਰੇ ਹੁਣ ਇਹ ਇਹਨਾਂ ਦੇ ਹੱਥ ਵਾਸ ਦੇ ਵਿੱਚ ਅੱਜ ਅਗਰ ਜ਼ਿਮੀਂਦਾਰਾਂ ਨੂੰ ਇਹਨਾਂ ਨੇ ਕੋਈ ਬਚਾਉਣਾ ਲੇਕਿਨ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਚਲੋ ਜੀ ਅੱਲਾ ਬਸ ਖੈਰ ਉਹਨਾਂ ਨੇ ਉਹਨਾਂ ਨੂੰ ਨਾ ਵੋਟਾਂ ਦੀ ਜ਼ਰੂਰਤ ਆ ਨਾ ਉਹਨਾਂ ਨੂੰ ਚਾਹੀਦੇ ਨੇ ਬਸ ਠੀਕ ਹੈ ਉਹਨਾਂ ਨੂੰ ਬਾਕੀ ਦੇ ਹੋਰ ਕੰਮ ਬਹੁਤ ਅੱਛਾ ਕਰ ਰਹੇ ਨੇ ਵਜ਼ੀਰ ਆਲਾ ਪੰਜਾਬ ਬਾਕੀ ਜ਼ਿਮੀਂਦਾਰਾਂ ਬਾਰੇ ਸਪੈਸ਼ਲੀ ਤੌਰ ਤੇ ਸੋਚਿਆ ਜਾਏ ਜੀ ਨਹੀਂ ਤਾਂ ਜ਼ਿਮੀਂਦਾਰਾਂ ਖਤਮ ਹੋ ਜਾਣਾ ਹਨ ਕਰੀਬ ਪਾਕਿਸਤਾਨ ਦੇ ਵਿੱਚ ਤੇ ਅਸੀਂ ਤੇ ਇਸ ਨੇਕ ਤਮੰਨਾ ਨਾਲ ਇਹ ਦੁਆ ਨਾਲ ਵੀਡੀਓ ਸ਼ਾਮ ਤੱਕ ਪਹੁੰਚਾਉਂਦੇ ਆ ਕਿ ਅੱਲਾਹ ਪਾਕ ਜ਼ਿਮੀਂਦਾਰਾਂ ਦੇ ਹੱਕ ਦੇ ਵਿੱਚ ਬਿਹਤਰੀ ਕਰੇ ਤੇ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ ਵੀਡੀਓ ਦੋਸਤੋ ਅੱਜ ਦੀ ਅੱਛੀ ਲੱਗੀ ਲਾਈਕ ਸ਼ੇਅਰ ਕਰਦੇ ਰਹੀਏ ਬਾਕੀ ਜੀ ਆ ਟਰੈਕਟਰ ਆ ਸਪੈਸ਼ਲ ਛੱਤ ਖਰੀਦਣ ਵਾਸਤੇ ਤੁਸੀਂ ਇਹ ਰਾਬਤਾ ਨੰਬਰ ਭਾਈ ਰਿਆਜ਼ ਦਾ ਤੁਹਾਨੂੰ ਸ਼ੇਅਰ ਕਰ ਦਿੰਦੇ ਆ 0300 ਪੂਰਾ 786 21 95 ਐਮ ਰਿਆਜ਼ ਕੇਸਰੀ ਲਾਟ ਢਾਓ ਕਰਕੇ ਮਾਰ